ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਆਦਿ ਕਾਲ ਤੋਂ ਮਨੁੱਖ ਦੀ ਕੋਸ਼ਿਸ਼ ਇਹ ਰਹੀ ਆ ਕਿ ਉਹ ਪਰਮ ਸੁਖੀ ਹੋਵੇ, ਪਰਮ ਆਨੰਦਮਈ ਹੋਵੇ। ਉਸ ਦੇ ਅੰਦਰੋਂ ਚਿੰਤਾ, ਫਿਕਰ, ਥੋੜ, ਬਿਮਾਰੀ ਆਦਿ ਕੋਈ ਵੀ ਹਸਤੀ ਨਾ ਹੋਵੇ ਅਤੇ ਉਹਦੇ ਜੀਵਨ ਦੇ ਅੰਦਰ ਹੈ ਨਾ ਪੂਰਨ ਬੇਪਰਵਾਹੀ, ਪੂਰਨ ਨਿਰਭੈਤਾ, ਪੂਰਨ ਖੁਸ਼ੀ, ਪੂਰਨ ਖੇੜਾ ਅਤੇ ਉਹਦਾ ਜਿਹੜਾ ਜੀਵਨ ਹੈ ਨਾ ਸਦੀਵੀ ਆਨੰਦਮਈ ਹੋਵੇ। ਪਰ ਇਹੋ ਜਿਹੜੇ ਖਿਆਲ ਵਾ ਨਾ ਇਹ ਮਨੁੱਖ ਦੇ ਅੰਦਰ ਆਉਂਦੇ ਕਿੱਥੋਂ ਆ? ਹੁਣ ਸਵਾਲ ਇੱਥੇ ਖੜ੍ਹਾ ਹੁੰਦਾ ਹੈ। ਪਰ ਕਿਉਂਕਿ ਮਨੁੱਖ ਦੇ ਖਿਆਲ ਉੱਥੋਂ ਆਉਂਦੇ ਆ ਜਿੱਥੋਂ ਉਹ ਖਿਆਲ ਮਨੁੱਖ ਦਾ ਜੀਵਨ ਤੁਰਿਆ ਹੈਗਾ। ਭਾਵ ਕੀ ਹੈ, ਮਨੁੱਖ ਦੀ ਜਿਹੜੀ ਜੀਵਨ ਹਸਤੀ ਹੈ ਨਾ ਇਹ ਕਿਸੇ ਐਸੀ ਸ਼ਕਤੀ ਤੋਂ, ਐਸੀ ਚੇਤਨਾ ਤੋਂ ਪੈਦਾ ਹੋਈ ਆ ਜਿਸ ਚੇਤਨਾ ਦੇ ਅੰਦਰ ਪੂਰਨ ਖੁਸ਼ੀ ਸੀਗੀ ਅਤੇ ਪੂਰਨ ਆਨੰਦ ਸੀ, ਜਿਹਦੇ ਵਿੱਚ ਨਾ ਤਾਂ ਕੋਈ ਦੁੱਖ ਸੀ, ਨਾ ਪਾਪ ਸੀ, ਨਾ ਬਿਮਾਰੀ, ਨਾ ਥੋੜ ਸੀ, ਨਾ ਚਿੰਤਾ ਸੀਗੀ। ਇਹਦਾ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ। ਸੋ ਉਹ ਜਿਹੜੀ ਹਸਤੀ ਹੈ ਜਿਹਦੇ ਵਿੱਚੋਂ ਇਹ ਖਿਆਲ ਮਨੁੱਖ ਦੇ ਦਿਮਾਗ ਤੱਕ ਪਹੁੰਚਦੇ ਹੈਗੇ ਆ, ਇਹ ਖਿਆਲ ਹੈ ਨਾ ਕਿਤੇ ਕਿਤੇ ਮਨੁੱਖ ਨੂੰ ਹੈ ਨਾ ਟੁੰਬਦੇ ਹੈਗੇ ਆ। ਪਰ ਦਰਅਸਲ ਗੱਲ ਇਹ ਹੈ ਕਿ ਜਿਹੜਾ ਮਨੁੱਖ ਵਾ ਨਾ ਇਹ ਆਪਣੀ ਅਸਲੀਅਤ ਨੂੰ ਭੁੱਲ ਚੁੱਕਾ ਹੈਗਾ। ਇਹ ਜਦੋਂ ਮਨੁੱਖ ਆਪਣੀ ਅਸਲੀਅਤ ਨੂੰ ਭੁੱਲ ਗਿਆ ਹੈ ਨਾ ਅਤੇ ਇਹਦੇ ਭੁੱਲਣ ਦਾ ਨਤੀਜਾ ਕੀ ਹੋਇਆ ਹੈਗਾ ਕਿ ਇਸ ਮਨੁੱਖ ਨੇ ਜਿਹੜੀ ਇਹਦੀ ਆਪਣੀ ਮਨ ਦੀ ਦੁਨੀਆ ਹੈ ਨਾ, ਇਸ ਦੁਨੀਆ ਨੂੰ ਅਪਣਾ ਲਿਆ ਹੈਗਾ। ਉਹ ਦੁਨੀਆ ਜਿਹੜੀ ਅਸਲੀਅਤ ਸੀ ਇਹਦੀ, ਉਹਨੂੰ ਭੁੱਲ ਕੇ ਇਹ ਆਪਣੀ ਮਨ ਦੀ ਦੁਨੀਆ ਦੇ ਵਿੱਚ ਚਲਾ ਗਿਆ। ਅਤੇ ਜਿਸ ਮਨ ਦੀ ਦੁਨੀਆ ਦੇ ਅੰਦਰ ਜਿਹੜੇ ਸੀ ਹੈ ਨਾ ਦੁੱਖ, ਕਲੇਸ਼, ਬਿਮਾਰੀਆਂ, ਚਿੰਤਾ, ਖੁਦਗਰਜ਼ੀਆਂ ਆਦਿ ਦੇ ਝੱਖੜ ਹਮੇਸ਼ਾ ਹੀ ਚੱਲਦੇ ਰਹਿੰਦੇ ਹੈ। ਸੋ ਇਹ ਜਿਹੜੀ ਮਨ ਦੀ ਦੁਨੀਆ ਸੀਗੀ ਜਾਂ ਜਿਹੜੀ ਮਾਇਆ ਦੀ ਹਨੇਰੀ ਸੀਗੀ, ਇਹਨੂੰ ਕੱਢਣ ਵਾਸਤੇ ਹੈ ਨਾ ਵਾਹਿਗੁਰੂ ਜੀ ਨੇ ਇਸ ਮਨੁੱਖ ਦੇ ਉੱਤੇ ਬੜਾ ਭਾਰੀ ਉਪਰਾਲੇ ਕੀਤੇ ਆ। ਅਤੇ ਉਹਨਾਂ ਉਪਰਾਲਿਆਂ ਵਿੱਚੋਂ ਜਿਹੜੀ ਵਿਸ਼ੇਸ਼ ਜੋ ਦੇਣ ਮਨੁੱਖ ਨੂੰ ਦਿੱਤੀ ਹੈ ਉਹ ਹੈ ਸੁਰਤ। ਇਹ ਜਿਹੜੀ ਸੁਰਤ ਵਾ ਨਾ ਮਨੁੱਖ ਦੇ ਅੰਦਰ ਉਸ ਪਰਮੇਸ਼ਰ ਨੇ ਪਾਈ ਆ, ਬਸ ਇਹਦਾ ਕਮਾਲ ਹੈਗਾ। ਬਸ ਅਗਰ ਇਹ ਸੁਰਤ ਦਾ ਜੋ ਭੇਦ ਵਾ ਨਾ, ਜੋ ਸੁਰਤ ਦੀ ਸ਼ਕਤੀ ਹੈਗੀ ਆ, ਇਸ ਸ਼ਕਤੀ ਨੂੰ ਮਨੁੱਖ ਥੋੜ੍ਹਾ ਜਿਹਾ ਸਮਝਣ ਦੇ ਕਾਬਲ ਹੋ ਜਾਵੇ ਹੈ ਨਾ, ਫਿਰ ਉਹਨੂੰ ਥੋੜ੍ਹਾ ਜਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਸੁਰਤ ਜਿਹੜੀ ਹੈ ਨਾ ਇਹ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਸੁਰਤ ਕੀ ਹੁੰਦੀ? ਇੱਕ ਉਹ ਸੁਰਤ ਹੁੰਦੀ ਹੈ ਜਿਹੜੀ ਸੁੱਤੀ ਹੁੰਦੀ ਆ। ਜਿਹੜੀ ਸੁੱਤੀ ਸੁਰਤ ਹੁੰਦੀ ਹੈ ਨਾ ਇਹ ਮਨ ਦੀ ਦੁਨੀਆ ਦੇ ਵਿੱਚੋਂ ਪੈਦਾ ਹੁੰਦੀ ਆ, ਕਿਉਂਕਿ ਮਨ ਦੀ ਦੁਨੀਆ ਦੇ ਅੰਦਰ ਸੁੱਤੀ ਸੁਰਤ ਜਿਹੜੀ ਮਨ ਦੀ ਦੁਨੀਆ ਹੈਗੀ ਇਹਨੂੰ ਅਸਲੀਅਤ ਸਮਝ ਲੈਂਦੀ ਹੈਗੀ ਆ। ਅਤੇ ਜਿਸ ਕਰਕੇ ਇਹ ਭਰਮ ਦੇ ਅੰਦਰ ਜਦੋਂ ਇਨਸਾਨ ਪੈ ਜਾਂਦਾ ਹੈਗਾ, ਫਿਰ ਉਹਨੂੰ ਜ਼ਿੰਦਗੀ ਦੇ ਅੰਦਰ ਦੁੱਖ, ਹਨੇਰਾ, ਕਲੇਸ਼, ਇਹ ਜਿਹੜੀਆਂ ਚਿੰਤਾ ਹੈਗੀਆਂ ਨਾ ਇਹ ਇਹਦੇ ਅੰਦਰ ਘਰ ਕਰ ਜਾਂਦੀਆਂ ਹੈਗੀਆਂ। ਪਰ ਦੂਸਰਾ ਕੀ ਹੁੰਦਾ ਹੈਗਾ? ਦੂਸਰਾ ਸੁਰਤ ਦਾ ਦੂਸਰਾ ਭਾਵ ਹੁੰਦਾ, ਉਹ ਹੁੰਦੀ ਹੈ ਜਾਗਦੀ ਹੋਈ ਸੁਰਤ। ਜਦੋਂ ਮਨੁੱਖ ਹੈ ਨਾ ਦੇਖਦਾ ਹੈਗਾ ਕਿ ਇਹ ਜੋ ਉਹਦੇ ਜੀਵਨ ਦੇ ਵਿੱਚ ਦੁੱਖ, ਕਲੇਸ਼, ਹਨੇਰਾ, ਖੁਦਗਰਜ਼ੀ, ਬਿਮਾਰੀ, ਥੋੜ, ਚਿੰਤਾ, ਇਹਦਾ ਇਸ ਦੁਨੀਆ ਦੇ ਅੰਦਰ ਕੋਈ ਵੀ ਜਿਹੜਾ ਹੱਲ ਨਹੀਂ ਹੋਇਆ ਹੈਗਾ, ਫਿਰ ਉਹਦੀ ਮਨੁੱਖ ਦੀ ਸੁਰਤ ਜਿਹੜੀ ਹੈ ਨਾ ਫਿਰ ਜਾਗਦੀ ਹੈਗੀ ਹੈ। ਜਦੋਂ ਮਨੁੱਖ ਦੀ ਸੁਰਤ ਜਾਗਦੀ ਆ ਅਤੇ ਉਹਦਾ ਫਿਰ ਜਿਹੜਾ ਦ੍ਰਿਸ਼ਟੀਕੋਣ ਆ ਉਹ ਨਾਲ ਬਦਲਦਾ ਹੈਗਾ। ਫਿਰ ਉਹਦੀ ਜਿਹੜੀ ਹੈ ਨਾ ਖੋਜ ਦਾ ਰੁੱਖ ਹੈਗਾ ਇਹ ਬਾਹਰ ਦੀ ਬਜਾਏ ਅੰਦਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਭਾਵ ਕਿ ਉਹਦਾ ਰੁੱਖ ਬਦਲਦਾ ਹੈਗਾ। ਫਿਰ ਉਹਦੀ ਸੋਚਣ ਸ਼ਕਤੀ ਦੇ ਵਿੱਚ ਇੱਕ ਚੀਜ਼ ਘਰ ਕਰ ਜਾਂਦੀ ਆ ਕਿ ਇਹ ਜਿਹੜਾ ਦ੍ਰਿਸ਼ਟਮਾਨ ਸੰਸਾਰ ਜਿਹੜਾ ਇਹ ਦੇਖਦਾ ਹੈ, ਜਿਹਦੇ ਵਿੱਚ ਜੀਵ ਜੰਤੂ, ਹਵਾ, ਪਾਣੀ, ਪਹਾੜ, ਸੂਰਜ, ਚੰਦਰਮਾ, ਇਹ ਕੀ ਹੈਗਾ? ਇਹਦੇ ਵਿੱਚ ਫਿਰ ਉਹ ਹੀ ਸੋਚਦਾ ਹੈ ਕਿ ਇਹ ਦਿਨ ਰਾਤ ਕਿਵੇਂ ਬਣਦੇ ਆ, ਕਿਵੇਂ ਰੁੱਤਾਂ ਜਿਹੜੀਆਂ ਬਦਲਦੀਆਂ ਹੈਗੀਆਂ। ਸੋ ਇਹ ਸਾਰਾ ਜਿਹੜਾ ਸਿਸਟਮ ਕੁਦਰਤ ਆ ਕਿ ਮੀਂਹ ਕਿਵੇਂ ਪੈਂਦੇ ਹੈਗੇ ਆ, ਹਵਾ ਕਿਵੇਂ ਵਗਦੀ ਹੈਗੀ ਆ, ਹਰੇਕ ਚੀਜ਼ ਕਿਵੇਂ ਸਿਸਟਮ ਵਾਈਜ਼ ਦੇ ਤਰੀਕੇ ਦੇ ਨਾਲ ਚੱਲ ਰਹੀ ਹੈ। ਫਿਰ ਜਦ ਉਹ ਜੀਵ ਜੰਤੂਆਂ ਵੱਲ ਨਜ਼ਰ ਮਾਰਦਾ ਹੈ ਤਾਂ ਉਹ ਦੇਖਦਾ ਹੈ ਕਿ ਇਸ ਧਰਤੀ ਦੇ ਉੱਤੇ ਅਨੇਕ ਤਰ੍ਹਾਂ ਦੇ ਜੀਵ ਜੰਤੂ ਆ। ਇਹਨਾਂ ਦੀਆਂ ਸ਼ਕਲਾਂ, ਇਹਨਾਂ ਦੀਆਂ ਆਦਤਾਂ, ਇਹਨਾਂ ਦੀਆਂ ਆਵਾਜ਼ਾਂ, ਇਹਨਾਂ ਦੇ ਕਰਮ ਵੀ ਜਿਹੜੇ ਇੱਕ ਦੂਜੇ ਤੋਂ ਭਿੰਨ ਭਿੰਨ ਹੈ।
ਫਿਰ ਉਹ ਵੀ ਮਨ ਦੇ ਵਿੱਚ ਸੋਚਦਾ ਹੈਗਾ ਕਿ ਇਹ ਸਾਰੀ ਜਿਹੜੀ ਰਚਨਾ ਹੈ ਇਹਨੂੰ ਚਲਾਉਣ ਵਾਲਾ ਵੀ ਕੋਈ ਨਾ ਕੋਈ ਜ਼ਰੂਰ ਹੋਵੇਗਾ, ਕਿਉਂਕਿ ਕੋਈ ਵੀ ਜਿਹੜੀ ਚੀਜ਼ ਹੈ ਨਾ ਉਹ ਆਪਣੇ ਆਪ ਕਿਸੇ ਕਾਇਦੇ, ਕਿਸੇ ਕਾਨੂੰਨ, ਕਿਸੇ ਸਿਸਟਮ ਦੇ ਵਿੱਚ ਨਹੀਂ ਚੱਲਦੀ ਹੈਗੀ। ਤੇ ਇਹ ਜਿਹੜੇ ਦਿਨ ਰਾਤ ਬਣਦੇ ਜਾਣੀ ਜੋ ਵੀ ਕੁਛ ਕੁਦਰਤ ਦੇ ਅੰਦਰ ਵਾਪਰਿਆ ਹੈ ਨਾ ਇਹਦਾ ਕਰਤਾ ਜ਼ਰੂਰ ਹੋਵੇਗਾ। ਜਦੋਂ ਉਹਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਨਾ, ਫਿਰ ਸਭ ਤੋਂ ਪਹਿਲਾਂ ਉਹ ਮਨੁੱਖ ਨੇ ਚਾਹੇ ਕਰਤੇ ਨੂੰ ਦੇਖਿਆ ਨਹੀਂ ਹੁੰਦਾ, ਪਰ ਜਦੋਂ ਉਹ ਇਹ ਮੰਨ ਕੇ ਚੱਲਦਾ ਹੈਗਾ ਕਿ ਕੋਈ ਨਾ ਕੋਈ ਐਸੀ ਅਦ੍ਰਿਸ਼ ਤਾਕਤ, ਅਦ੍ਰਿਸ਼ ਸ਼ਕਤੀ ਹੈਗੀ ਹੈ ਜਿਹੜੀ ਕੁੱਲ ਕਾਇਨਾਤ ਨੂੰ ਚਲਾ ਰਹੀ ਆ। ਅਤੇ ਜਿਵੇਂ ਗੁਰਬਾਣੀ ਵਿੱਚ ਫਿਰ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਮੰਨੇ ਸੁਰਤ ਹੋਵੇ ਮਨ ਬੁੱਧ। ਫਿਰ ਜਿਹੜੀ ਨਾ ਸੁਰਤੀ ਉਹਦੀ ਹੈ ਇਹ ਉੱਚੀ ਉੱਠਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈਗਾ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਏਕਾ ਸੁਰਤ ਜੀਤੇ ਹੈ ਜੀ, ਕਿ ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਪੈਦਾ ਕੀਤੇ ਆ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਜਿਹੜੀ ਨਾ ਸੁਰਤ ਹੈਗੀ ਆ ਵਾਹਿਗੁਰੂ ਜੀ ਨੇ ਸਭ ਦੇ ਵਿੱਚ ਟਿਕਾ ਰੱਖੀ ਆ। ਅਤੇ ਅੱਗੇ ਬਾਣੀ ਦੱਸਦੀ ਕਿ ਸੁਰਤ ਬੇਹੂਨਾ ਕੋਈ ਨਾ ਕੀ, ਕਿ ਸੁਰਤ ਤੋਂ ਬਗੈਰ ਕੋਈ ਵੀ ਜਿਹੜਾ ਹੈ ਨਾ ਜੀਵ ਪਰਮੇਸ਼ਰ ਨੇ ਨਹੀਂ ਬਣਾਇਆ ਹੈਗਾ। ਹਰੇਕ ਦੇ ਵਿੱਚ ਹੈ ਨਾ ਵਾਹਿਗੁਰੂ ਨੇ ਸੁਰਤ ਜਿਹੜੀ ਹੈਗੀ ਆ ਉਹ ਉਹਦੇ ਅੰਦਰ ਟਿਕਾ ਦਿੱਤੀ ਹੈ। ਪਰ ਨਾਲ ਅੱਗੇ ਬਾਣੀ ਕਹਿੰਦੀ ਹੈ ਜਿਹੀ ਸੁਰਤ ਤੇਹਾ ਤਿੰਨ ਰਾਹ, ਕਿ ਜਿਹੋ ਜਿਹੀ ਜੀਵ ਦੇ ਵਿੱਚ ਜਿਹੋ ਜਿਹੀ ਸੁਰਤ ਪਰਮੇਸ਼ਰ ਨੇ ਬਣਾਈ ਹੈ ਉਹੋ ਜਿਹਾ ਹੈ ਨਾ ਜੀਵ ਦੇ ਅੰਦਰ ਰਾਹ ਹੈਗਾ। ਭਾਵ ਕੀ ਆ, ਉਹੋ ਜਿਹਾ ਜੀਵ ਕੰਮ ਕਰਦਾ ਹੈਗਾ, ਉਸ ਰਾਹ ਦੇ ਉੱਤੇ ਚੱਲਦਾ ਹੈਗਾ। ਅਤੇ ਅੱਗੇ ਬਾਣੀ ਕਹਿੰਦੀ ਹੈ ਲੇਖੇ ਏਕੋ ਆਬੋ ਜਾਹੋ। ਭਾਵ ਕੀ ਹੈ ਕਿ ਇਸ ਸੁਰਤ ਦੇ ਵਿੱਚ ਜਿਹੜੇ ਜੋ ਕਰਮ ਕੀਤੇ ਹੁੰਦੇ ਆ, ਜਿਹੜਾ ਲੇਖਾ ਬਣਦੇ ਆ, ਲੇਖੇ ਦੇ ਅੰਦਰ ਜੀਵ ਜਿਹੜੇ ਹੈ ਇਸ ਸੰਸਾਰ 'ਚ ਆਉਂਦੇ ਆ ਅਤੇ ਇਹਨਾਂ ਕਰਮਾਂ ਦੇ ਅਨੁਸਾਰ ਹੀ ਜੀਵ ਮਰ ਜਾਂਦੇ ਆ। ਇਸ ਦੁਨੀਆ ਤੋਂ ਆਵਾਗਣ ਦਾ ਜਿਹੜਾ ਚੱਕਰ ਉਹ ਹੈ ਨਾ ਇਹਦੇ ਕੀਤੇ ਕਰਮਾਂ ਤੋਂ ਵਿੱਚੋਂ ਪਤਾ ਲੱਗ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜੀਵ ਨੂੰ ਇਸ ਗੱਲ ਦਾ ਫਿਰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਉਹਨੂੰ ਇਹ ਸੁਰਤ ਜਿਹੜੀ ਹੈ ਨਾ ਉਹ ਮੰਨੇ ਦੇ ਉੱਤੇ ਉਹਦਾ ਵਿਸ਼ਵਾਸ ਦੇ ਵਿੱਚੋਂ ਪੈਦਾ ਹੋ ਜਾਂਦੀ ਕਿ ਕੋਈ ਐਸੀ ਅਦ੍ਰਿਸ਼ ਸ਼ਕਤੀ ਹੈਗੀ ਹੈ ਜਿਹੜੇ ਕੁੱਲ ਬ੍ਰਹਿਮੰਡ ਨੂੰ ਚਲਾਉਂਦੀ ਆ। ਤਾਂ ਫਿਰ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਅਗਰ ਮੈਂ ਉਸ ਸ਼ਕਤੀ ਦੇ ਆਸਰੇ ਦੇ ਉੱਤੇ ਉਹ ਸ਼ਕਤੀ ਨੂੰ ਮੰਨ ਕੇ ਉਹ ਸ਼ਕਤੀ ਦੇ ਕਾਇਦੇ ਕਾਨੂੰਨ ਦੇ ਅਨੁਸਾਰ ਅਗਰ ਆਪਣਾ ਜੀਵਨ ਬਤੀਤ ਕਰਾਂਗਾ ਤਾਂ ਮੈਂ ਪੂਰਨ ਆਨੰਦਮਈ, ਪੂਰਨ ਖੁਸ਼ੀ, ਪੂਰਨ ਖੇੜੇ ਦੀ ਜ਼ਿੰਦਗੀ ਹਾਸਲ ਕਰ ਸਕਦਾ ਹੈਗਾ। ਪਰ ਅਗਰ ਮੈਂ ਉਸ ਤੋਂ ਉਲਟ ਉਹ ਸ਼ਕਤੀ ਦੇ ਕਾਨੂੰਨਾਂ ਤੋਂ ਉਲਟ ਆਪਣੀ ਮਰਜ਼ੀ ਨਾਲ ਕੰਮ ਕਰਾਂਗਾ ਅਤੇ ਇਹ ਜਿਹੜੀ ਸੁਰਤ ਪਰਮੇਸ਼ਰ ਨੇ ਮੈਨੂੰ ਦਿੱਤੀ ਹੈ ਨਾ ਸੋਚਣ ਦੀ, ਇਹ ਵਾਹਿਗੁਰੂ ਦੇ ਹੱਥ 'ਚ ਹੈ। ਸਮਾਂ ਪਾ ਕੇ ਇਹ ਸੁਰਤ ਜਿਹੜਾ ਹੈਗਾ ਉਹ ਵਾਹਿਗੁਰੂ ਇਸ ਜੀਵ ਤੋਂ ਖੋਹ ਵੀ ਲੈਂਦਾ ਹੈਗਾ। ਜਿਵੇਂ ਅਗਲੀ ਪੰਕਤੀ ਵਿੱਚ ਸਾਨੂੰ ਗੁਰਬਾਣੀ ਇਸ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਕਾਹੇ ਜੀ ਕਰੇ ਚਤਰਾਈ ਹੈ, ਜੀਵ ਤੂੰ ਕਾਹਦੀ ਚਤਰਾਈ ਕਰਦਾ ਹੈਗਾ, ਲੇਖੇ ਦੇਵੇ ਢਿੱਲ ਨਾ ਪਾਈ। ਕਿ ਵਾਹਿਗੁਰੂ ਇਸ ਸੁਰਤ ਨੂੰ ਜਿਹੜਾ ਹੈਗਾ ਜਿੱਥੇ ਉਹ ਦੇਣ ਲੱਗਾ ਢਿੱਲ ਨਹੀਂ ਕਰਦਾ, ਉੱਥੇ ਖੋਹਣ ਲੱਗਾ ਵੀ ਢਿੱਲ ਨਹੀਂ ਕਰਦਾ। ਭਾਵ ਕੀ ਹੈ ਕਿ ਵਾਹਿਗੁਰੂ ਅਗਰ ਕੋਈ ਸੁਰਤ ਦਾ ਨਜਾਇਜ਼ ਇਸਤੇਮਾਲ ਕਰੇ ਅਤੇ ਸਮਾਂ ਪਾ ਕੇ ਵਾਹਿਗੁਰੂ ਜਿਹੜਾ ਹੈ ਨਾ ਉਹਨੂੰ ਉਹ ਸਰਟੀਫਿਕੇਟ ਦੇ ਦਿੰਦਾ ਹੈ ਜਿਹਨੂੰ ਅਸੀਂ ਮੂਰਖ ਆਖਦੇ ਹਾਂ। ਸੋ ਮੂਰਖ ਦਾ ਜਿਹੜਾ ਸਰਟੀਫਿਕੇਟ ਹੈ ਨਾ ਇਹ ਉਹਨਾਂ ਵਾਸਤੇ ਹੁੰਦਾ ਹੈਗਾ ਜਿਹੜੇ ਆਪਣੀ ਸੁਰਤ ਦਾ ਜਿਹੜੀ ਵਾਹਿਗੁਰੂ ਨੇ ਉਹਨੂੰ ਚੰਗੀ ਸੋਚ ਦੇਣ ਵਾਸਤੇ ਜਿਹੜੀ ਦਿੱਤੀ ਹੁੰਦੀ ਆ ਉਹਦਾ ਨਜਾਇਜ਼ ਜਾਂ ਗਲਤ ਇਸਤੇਮਾਲ ਕਰਦੇ ਆ ਅਤੇ ਉਹ ਵਾਹਿਗੁਰੂ ਫਿਰ ਉੱਤੋਂ ਸੁਰਤ ਖੋਹ ਲੈਂਦਾ ਹੈਗਾ ਅਤੇ ਉਹਨੂੰ ਮੂਰਖਾਂ ਦੀ ਕੈਟਾਗਰੀ ਦੇ ਵਿੱਚ ਪਾ ਦਿੰਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਦੋਂ ਮਨੁੱਖ ਦੇ ਅੰਦਰ ਇਹ ਚੀਜ਼ਾਂ ਸਮਝ ਦੇ ਵਿੱਚ ਆਉਣ ਲੱਗ ਪੈਂਦੀਆਂ ਹਨ ਫਿਰ ਉਹ ਉਸ ਜਿਹੜੀ ਸ਼ਕਤੀ ਛੁਪੀ ਹੋਈ ਹੈ, ਜਿਹੜੀ ਸ਼ਕਤੀ ਕੁੱਲ ਬ੍ਰਹਿਮੰਡ ਨੂੰ ਚਲਾਉਂਦੀ ਹੈ ਨਾ, ਫਿਰ ਉਹਦੇ ਬਾਰੇ ਇਹ ਮਨੁੱਖ ਥੋੜ੍ਹਾ ਗਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਇਸ ਵਾਸਤੇ ਸਾਨੂੰ ਹੈ ਨਾ ਭਾਈ ਗੁਰਦਾਸ ਦੀ ਜਿਹੜੀ ਬਾਣੀ ਹੈਗੀ ਆ ਇਹ ਇਸ ਵਾਸਤੇ ਬਹੁਤ ਵੱਡੀ ਮਦਦ ਕਰਦੀ ਹੈਗੀ ਆ। ਜਿਵੇਂ ਭਾਈ ਸਾਹਿਬ ਜੀ ਨੇ ਉਹਨਾਂ ਨੇ ਬੜਾ ਸੁੰਦਰ ਗੁਰਬਾਣੀ ਦੇ ਅੰਦਰ ਇਸ ਗੱਲ ਦਾ ਜਿਹੜਾ ਹੈ ਖੁਲਾਸਾ ਕੀਤਾ ਹੈ ਕਿ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਸ ਵਾਹਿਗੁਰੂ ਗੁਰਮੰਤਰ ਦੀ ਬੈਕਗਰਾਊਂਡ ਕਿੱਡੀ ਭਾਰੀ ਹੈ। ਭਾਵ ਕੀ ਆ, ਇਹ ਜਿਹੜੇ 4 ਅੱਖਰ ਵਾ ਹਾ ਗੱਗਾ ਅਤੇ ਰਾਰਾ, ਇਹ 4 ਅੱਖਰ ਜਿਹੜੇ ਹਨ ਯਕਦਮ ਨਹੀਂ ਘੜੇ ਗਏ। ਇਹਨਾਂ ਦੀ ਜਿਹੜੀ ਘਾਟ ਤਾਂ ਨਾ ਕਾਫੀ ਲੰਮੇ ਸਾਲ ਬਾਅਦ ਹੁੰਦੀ ਹੌਲੀ ਇਹ ਸਾਡੇ ਤੱਕ ਪਹੁੰਚੀ ਹੈਗੀ ਆ। ਇਸ ਕਰਕੇ ਭਾਈ ਸਾਹਿਬ ਹੁਣਾਂ ਨੇ ਬੜਾ ਸੁੰਦਰ ਲਿਖਿਆ ਹੈ ਕਿ ਸਤਿਗੁਰ ਵਾਸਦੇਵ ਵਾਹ ਵਿਸ਼ਨਾ ਨਾਮ ਜਪਾਵੇ।
ਹੁਣ ਇਹ ਜਿਹੜਾ ਨਾ ਵਾਹਵਾ ਅੱਖਰ ਹੈਗਾ, ਇਹਦੀ ਬੈਕਗਰਾਉਂਡ ਦੱਸੀ ਹੈ ਕਿ ਵਾਹਵਾ ਅੱਖਰ ਦੀ ਜਿਹੜੀ ਹੈ ਨਾ ਸ਼ੁਰੂਆਤ ਇਹ ਸਤਯੁਗ ਦੇ ਵਿੱਚੋਂ ਹੋਈ ਆ। ਭਾਵ ਕੀ ਆ ਕਿ ਸਤਯੁਗ ਦੇ ਵਿੱਚ ਸਤਿਗੁਰ ਵਾਸੁਦੇਵ ਜੀ ਇੱਕ ਹੋਏ ਆ। ਅਗਰ ਆਪਾਂ ਵਾਸੁਦੇਵ ਜੀ ਦਾ ਥੋੜ੍ਹਾ ਜਿਹਾ ਸੰਧੀ ਛੇਦ ਕਰਕੇ ਦੇਖੀਏ ਤੇ ਵਾਸ ਦਾ ਮਤਲਬ ਹੁੰਦਾ ਹੈ ਵਾਸ਼ਨਾ, ਮਹਿਕ, ਖੇੜਾ, ਆਨੰਦ, ਮਸਤੀ, ਸਰੂਰ। ਭਾਵ ਕੀ ਹੈ ਕਿ ਉਹ ਸਤਿਗੁਰ ਜਿਨ੍ਹਾਂ ਦੇ ਅੰਦਰ ਇਹ ਗੁਣ ਜਿਹੜੇ ਸੀ ਪਾਏ ਜਾਂਦੇ ਸੀਗੇ। ਤਾਂ ਦੇਵ ਦਾ ਮਤਲਬ ਹੁੰਦਾ ਹੈ ਪ੍ਰਕਾਸ਼, ਗਿਆਨ, ਖੇੜਾ, ਚਾਨਣ। ਅਸਲੀਅਤ ਦੀ ਜਿਹੜੀ ਹੈ ਨਾ ਸੋਝੀ ਹੈਗੀ ਆ, ਇਹ ਦੇਵ ਅੱਖਰ ਤੋਂ ਪੈਦਾ ਹੁੰਦੀ ਆ। ਭਾਵ ਕੀ ਹੈ ਕਿ ਸਤਿਯੁਗ ਦੇ ਅੰਦਰ ਸਤਿਯੁਗ ਵਾਸੁਦੇਵ ਜੀ ਹੋਏ ਆ, ਜਿਨ੍ਹਾਂ ਨੇ ਜਿਹੜੀ ਹੈ ਨਾ ਆਪਣੀ ਸੁਰਤ ਜਿਹੜੀ ਹੈ ਜਦੋਂ ਉਹ ਇੰਨੀ ਉੱਚੀ ਉੱਠੀ ਆ, ਉਹ ਸੁਰਤ ਉੱਠ ਕੇ ਉਸ ਅਸਲੀਅਤ, ਉਸ ਆਵਾਜ਼, ਉਸ ਸ਼ਬਦ ਦੇ ਨਾਲ ਜਦ ਜੁੜੀ ਆ ਨਾ, ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੋਇਆ ਹੈਗਾ। ਇਹ ਇਲਮ ਕੀ ਹੋਇਆ? ਇਹ ਇਲਮ ਜਿਹੜਾ ਹੈ ਨਾ ਉਹਨਾਂ ਨੂੰ ਵਾਹਵਾ ਅੱਖਰ ਦੇ ਵਿੱਚੋਂ ਪ੍ਰਗਟ ਹੋਇਆ। ਭਾਵ ਕੀ ਹੈ ਜਿਹੜਾ ਨਾ ਵਾਹਵਾ ਅੱਖਰ ਹੈਗਾ, ਇਹ ਸਤਿਯੁਗ ਵਾਸੁਦੇਵ ਜੀ ਦੇ ਆਪਣੇ ਜੀਵਨ ਦੀ ਉਹ ਮਹਾਨ ਜਾਣੀ ਖੋਜ ਅੰਤਰਾਤਮੇ ਜਿਹੜੇ ਉਹਨਾਂ ਦੇ ਅੰਦਰ ਜਿਹੜੀ ਸੀ ਉਹ ਪ੍ਰਗਟ ਹੋਈ ਆ, ਉਹਦੇ ਵਿੱਚੋਂ ਵਾਹਵਾ ਅੱਖਰ ਨਿਕਲਿਆ ਹੈਗਾ। ਸੋ ਇਹ ਜਿਹੜਾ ਨਾ ਵਾਹਵਾ ਅੱਖਰ ਹੈਗਾ, ਇਹਦੀ ਮਹਿਮਾ ਬੜੀ ਅਪਰੰਪਾਰ ਹੈਗੀ ਆ। ਭਾਵ ਕੀ ਆ ਕਿ ਉਹਨਾਂ ਨੇ ਕਿਹਾ ਹੈ ਕਿ ਸਤਿਯੁਗ ਸਤਿਗੁਰ ਵਾਸੁਦੇਵ ਵਾਹਵਾ ਵਿਸ਼ਨਾ ਨਾਮ ਜਪਾਵੇ। ਹੁਣ ਵਾਹਵੇ ਦਾ ਅੱਖਰੀ ਅਰਥ ਕੀ ਹੈ? ਵਿਸ਼ਨਾ। ਹੁਣ ਜਿਹੜਾ ਵਿਸ਼ਨਾ ਅੱਖਰ ਵਾ ਨਾ, ਜੇ ਅਗਰ ਥੋੜ੍ਹਾ ਜਿਹਾ ਆਪਾਂ ਵਿਸ਼ਨਾ ਅੱਖਰ ਨੂੰ ਖੋਲ੍ਹ ਦਈਏ, ਵਿਸ਼ਨੇ ਦਾ ਵੈਸੇ ਸਿੱਧੇ ਤੌਰ 'ਤੇ ਭਾਵ ਹੁੰਦਾ ਹੈਗਾ ਖਾਸਮ, ਮਾਲਕ। ਆਪਾਂ ਜਿਵੇਂ ਕਿਸੇ ਕਹਿੰਦੇ ਹਾਂ ਕਿ ਜਿਵੇਂ ਲక్ష్ਮੀ ਹੈਗੀ ਆ, ਲక్ష్ਮੀ ਭਾਵ ਕੀ ਆ? ਇਹ ਮਾਇਆ ਜਿਹੜੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਹ ਮਾਇਆ ਜਿਹੜੀ ਹੈ ਨਾ ਦਾਸੀ ਹੈਗੀ ਆ। ਭਾਵ ਕੀ ਆ? ਇਸ ਦਾਸੀ ਦਾ ਜਿਹੜਾ ਹੈ ਨਾ ਮਾਲਕ ਹੈਗਾ, ਖਸਮ ਹੈਗਾ, ਪਤੀ ਹੈਗਾ, ਉਹ ਵਿਸ਼ਨਾ ਹੈਗਾ। ਹੁਣ ਵਿਸ਼ਨ ਭਾਵ ਕੀ ਹੁੰਦਾ? ਵਿਸ਼ਨ ਉਹ ਸ਼ਕਤੀ ਆ ਜਿਹਦੇ ਅੰਦਰ ਹੈ ਨਾ 5 ਗੁਣ ਮੌਜੂਦ ਹੈ। ਉਹ ਕੀ ਹੈ? ਪਹਿਲਾ ਹੁੰਦਾ ਹੈ ਸਤ, ਦੂਸਰਾ ਸੰਤੋਖ, ਤੀਸਰਾ ਦਇਆ, ਚੌਥਾ ਧਰਮ ਅਤੇ ਪੰਜਵਾਂ ਧੀਰਜ। ਇਹ ਜਿਹੜੇ ਹੈ ਨਾ 5 ਗੁਣ ਹੈਗੇ ਆ, ਇਹ ਵਿਸ਼ਨਾ ਦੇ ਵਿੱਚੋਂ ਪ੍ਰਗਟ ਹੋਏ ਆ। ਭਾਵ ਕੀ ਆ? 5 ਗੁਣਾਂ ਦਾ ਜੋ ਧਾਰਨ ਹੈ, 5 ਗੁਣਾਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਜਿਹੜੀ ਹੈਗੀ ਆ ਉਹ ਵਿਸ਼ਨਾ ਕਹਾਉਂਦੀ ਆ, ਜਿਹੜੀ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਸੁਮੇਲ ਹੈਗੀ ਆ। ਇਸ ਕਰਕੇ ਗੁਰਬਾਣੀ ਦੇ ਅੰਦਰ ਇਹ ਜਿਹੜੇ 5 ਗੁਣ ਆ, ਇਹਨੂੰ ਪੰਚਾਇਤ ਦਾ ਨਾਮ ਵੀ ਦਿੱਤਾ ਗਿਆ ਹੈਗਾ। ਇਸੇ ਕਰਕੇ ਗੁਰਬਾਣੀ ਦੇ ਅੰਦਰ ਆਖਿਆ ਹੈ ਕਿ ਚਾਰੇ ਜਾਗੇ ਚੌਂ ਜੁਗੀ ਪੰਚੈਨ ਪ੍ਰਭ ਆਪੇ ਹੋਆ। ਭਾਵ ਕੀ ਹੈ ਕਿ ਇਹਦੇ ਵਿੱਚੋਂ ਜਿਹੜੀ ਪੰਚੈਨ ਜੋ ਸ਼ਬਦ ਗੁਰਬਾਣੀ ਵਿੱਚੋਂ ਨਿਕਲਿਆ ਹੈ, ਪੰਚੈਨ ਦਾ ਮਤਲਬ ਹੈ 5 ਗੁਣਾਂ ਦਾ ਸਮੂਹ। ਕੌਣ? ਵਾਹਿਗੁਰੂ, ਮਾਲਕ, ਖਸਮ, ਪਰਮਾਤਮਾ। ਸੋ ਇਹਦੇ ਵਿੱਚੋਂ ਹੈ ਨਾ ਇੱਕ ਚੀਜ਼ ਜਿਹੜੀ ਹੈ 4 ਜਾਗੇ ਵੀ ਹੈ ਨਾ ਜਿਹੜੇ ਹੈ ਸਤਿਗੁਰੂ ਵਾਸੁਦੇਵ ਜੀ ਦੇ ਜਿਹੜੇ ਅੰਦਰੋਂ ਗਿਆਨ ਦੇ ਵਿੱਚੋਂ ਪ੍ਰਗਟ ਹੋਈ ਆ। ਉਸ ਟਾਈਮ ਉਹ ਕੀ ਸੀ? ਉਹ ਹੈਗਾ ਮਨ। ਮਨ ਜਿਹੜਾ ਹੈ ਨਾ ਇਹਦੀ ਜੋ ਅੰਦਰ ਸਥਿਤੀ ਸੀ, ਜੋ ਸਰੂਪ ਸੀ, ਜੋ ਗਿਆਨ ਸੀਗਾ ਹੈ ਨਾ ਮਨ ਦਾ, ਇਸ ਦੀ ਸਮਝ ਜਿਹੜੀ ਹੈ ਨਾ ਸਾਨੂੰ ਸਤਿਯੁਗ ਦੇ ਵਿੱਚੋਂ ਆਈ ਆ ਕਿ ਅਸਲ ਦੇ ਵਿੱਚ ਇਸ ਇਨਸਾਨ ਦੇ ਅੰਦਰ ਜਿਹੜਾ ਮਨ ਵਾ ਇਹਦੀ ਬੈਕਗਰਾਉਂਡ ਹੈ ਕੀ ਆ। ਫਿਰ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਮਨ ਵਾ ਹੈ ਨਾ, ਇਹ ਜੋ ਪਰਮੇਸ਼ਰ ਹੈ, ਉਸ ਪਰਮੇਸ਼ਰ ਨੇ ਆਪਣੇ ਅੰਦਰ ਇਸ ਮਨ ਦੇ ਅੰਦਰ ਆਪਣੀ ਜੋਤ ਟਿਕਾ ਕੇ ਰੱਖੀ ਹੈ। ਅਤੇ ਉਹ ਜੋਤ ਕੀ ਹੈ? ਸਤ, ਚਿੱਤ ਅਤੇ ਆਨੰਦ ਸਰੂਪ ਦਾ ਸੁਮੇਲ ਪਰਮੇਸ਼ਰ ਦਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਨੂੰ ਗੁਰਬਾਣੀ ਦੇ ਅੰਦਰ ਇਸ ਚੀਜ਼ ਦੇ ਖੁਲਾਸੇ ਜਿਹੜੇ ਹੈ ਉਹ ਮਿਲਦੇ ਆ ਕਿ ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬਜਾਏ ਕਿ ਸਤਿਗੁਰ ਜਿਹੜਾ ਹੈ ਨਾ ਉਹ ਕੀ ਹੈ ਕਿ ਮਨ ਕਾਮਨਾ ਤੀਰਥ। ਭਾਵ ਉਹ ਤੀਰਥ ਜਿੱਥੇ ਮਨ ਦੀ ਜਿਹੜੀ ਕਾਮਨਾ, ਇੱਛਾ ਜਿਹੜੀ ਆ ਨਾ, ਉਸ ਇੱਛਾ ਦਾ ਜੋ ਅਸਲ ਇਸ਼ਨਾਨ ਹੈਗਾ ਉਹ ਇਸ ਮਨ ਰੂਪੀ ਜਿਹੜਾ ਨਾ ਤੀਰਥ ਹੈਗਾ, ਇਹਦੇ ਅੰਦਰ ਜਿਹੜਾ ਹੈਗਾ ਇਸ ਇੱਛਾ ਦਾ ਜੋ ਸਰੂਪ ਹੈਗਾ ਨਾ, ਉਹ ਇੱਛਾ ਦੀ ਮੈਲ ਇਹ ਤੀਰਥ ਧੋਂਦਾ ਹੈਗਾ, ਇੱਛਾ ਦੇ ਸਰੂਪ ਨੂੰ ਸ਼ੁੱਧ ਕਰਦਾ ਹੈਗਾ। ਭਾਵ ਕੀ ਹੈ ਕਿ ਮਨ ਜਿਹੜਾ ਹੈਗਾ ਆਪਣੇ ਮਨ ਦੀ ਆਪ ਹੀ ਮੈਲ ਧੋ ਕੇ ਆਪਣੀ ਅਸਲੀਅਤ ਨੂੰ ਪਛਾਣਦਾ ਹੈਗਾ ਕਿ ਅਸਲ ਦੇ ਵਿੱਚ ਮੈਂ ਹੈ ਕੀ ਹਾਂ।
ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਵਾਹਵਾ ਅੱਖਰ ਸਤਿਯੁਗ ਦੀ ਜੋ ਇਸ ਮਨੁੱਖ ਨੂੰ ਬਖਸ਼ੀ ਹੋਈ 1 ਲੱਖ ਸਾਲ ਦੀ ਉਮਰ ਦੀ ਖੋਜ ਦਾ ਨਤੀਜਾ ਹੈਗਾ। ਭਾਵ ਕੀ ਹੈ ਕਿ ਵਾਹਵਾ ਅੱਖਰ ਜੋ ਸਾਡੇ ਗੁਰਮੰਤਰ ਦੇ ਵਿੱਚ 4 ਅੱਖਰਾਂ ਦੇ ਵਿੱਚੋਂ ਪਹਿਲਾ ਅੱਖਰ ਆਇਆ ਹੈ ਨਾ, ਇਹ ਸਤਿਯੁਗ ਦੇ ਵਿੱਚ ਮਹਾਂਪੁਰਖਾਂ ਦੀ 1 ਲੱਖ ਸਾਲ ਦੀ ਖੋਜ ਦਾ ਜੋ ਅਧਿਆਤਮਿਕ ਤੱਤ ਸਾਰ ਵਾ ਨਾ, ਇਹ ਵਾਹਵਾ ਅੱਖਰ ਹੈਗਾ ਜਿਹੜਾ ਸਾਡੇ ਤੱਕ ਪਹੁੰਚਿਆ ਹੈਗਾ। ਹੁਣ ਅੱਗੇ ਅਸੀਂ ਥੋੜ੍ਹੀ ਜਿਹੀ ਇਸ ਗੱਲ ਦੀ ਵਿਚਾਰ ਕਰਦੇ ਹਾਂ ਕਿ ਜਿਵੇਂ ਅਗਲਾ ਯੁੱਗ ਜਿਹੜਾ ਹੈ ਨਾ ਉਹ ਦੁਆਪਰ ਸੀਗਾ। ਜਿਵੇਂ 4 ਯੁੱਗਾਂ ਦੀ ਚੌਂਕੜੀ ਅਕਾਲ ਪੁਰਖ ਨੇ ਬਣਾਈ ਉਹ ਹੈਗੀ ਆ, ਅਤੇ ਅਗਲਾ ਯੁੱਗ ਦੁਆਪਰ ਜਿਹੜਾ ਹੈ ਨਾ, ਇਹਦੇ ਵਿੱਚ ਜੋ ਸਾਨੂੰ ਭਾਈ ਗੁਰਦਾਸ ਜੀ ਦੀ ਗੁਰਬਾਣੀ ਦੇ ਵਿੱਚੋਂ ਇਸ ਚੀਜ਼ ਦੇ ਹਵਾਲਿਆਂ ਦੇ ਵਿੱਚੋਂ ਮਦਦ ਮਿਲਦੀ ਆ। ਮਹਾਰਾਜ ਲਿਖਦੇ ਕਿ ਦੁਆਪਰ ਸਤਿਗੁਰ ਹਰੀ ਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੇ। ਕਿ ਦੁਆਪਰ ਦੇ ਵਿੱਚ ਨਾ ਸਤਿਗੁਰ ਹਰੀ ਕ੍ਰਿਸ਼ਨ ਜੀ ਹੋਏ ਆ, ਜਿਨ੍ਹਾਂ ਨੇ ਆਪਣੇ ਆਤਮਿਕ ਬਲ ਦੇ ਤਜਰਬੇ ਦੇ ਵਿੱਚੋਂ ਨਾ ਇਹ ਹਾਹਾ ਅੱਖਰ ਕੱਢਿਆ ਹੈਗਾ। ਸੋ ਪਹਿਲਾਂ ਤਾਂ ਅਸੀਂ ਇਹ ਦੇਖਦੇ ਕਿ ਦੁਆਪਰ ਤੋਂ ਪਹਿਲਾਂ ਭਾਵ ਕੀ ਹੈ। ਜਿਵੇਂ ਅਸੀਂ ਦੇਖਦੇ ਹਾਂ ਦੁਆ ਦਾ ਮਤਲਬ ਹੁੰਦਾ ਹੈਗਾ ਬੇਨਤੀ, ਅਰਦਾਸ। ਇਹ ਜਿਹੜੀ ਬੇਨਤੀ ਅਤੇ ਅਰਦਾਸ ਹੈ ਨਾ, ਇਹ ਇੱਛਾ ਤੋਂ ਪੈਦਾ ਹੋਈ ਹਾਲਤ ਨੂੰ ਆਖਦੇ ਆ। ਜੇ ਇੱਛਾ ਨਾ ਹੁੰਦੀ ਆ ਤਾਂ ਫਿਰ ਇਹ ਅਰਦਾਸ ਬੇਨਤੀ ਪੈਦਾ ਨਹੀਂ ਹੁੰਦੀ। ਇਹਦਾ ਮਤਲਬ ਕੀ ਹੈ ਕਿ ਇੱਛਾ ਤੋਂ ਪੈਦਾ ਹੋਈ ਹਾਲਤ ਨੂੰ ਅਸੀਂ ਦੁਆ ਆਖਦੇ ਹਾਂ, ਬੇਨਤੀ ਆਖਦੇ ਹਾਂ, ਅਰਦਾਸ ਆਖਦੇ ਹਾਂ, ਜੋਦੜੀ ਆਖਦੇ ਹਾਂ। ਅਤੇ ਦੂਸਰਾ ਕੀ ਹੁੰਦਾ ਹੈ ਪੁਰ। ਪੁਰ ਦਾ ਮਤਲਬ ਹੁੰਦਾ ਉਹ ਸਥਾਨ ਜਿੱਥੇ ਕਿਸੇ ਵੀ ਚੀਜ਼ ਦੀ ਵਸਤੂ ਦੀ ਟੋਟ ਨਾ ਹੋਵੇ। ਭਾਵ ਕੀ ਹੈ ਬਿਲਕੁਲ ਭਰਪੂਰ, ਅਤੇ ਜਿਹਨੂੰ ਅਸੀਂ ਗੁਰਬਾਣੀ ਵਿੱਚ ਕਹਿੰਦੇ ਆ ਨਿਖੁੱਟ ਖਜ਼ਾਨਾ। ਉਹ ਖਜ਼ਾਨਾ ਜਿਹਦੇ ਵਿੱਚੋਂ ਜੋ ਤੁਸੀਂ ਮਰਜ਼ੀ ਵਰਤੀ ਜਾਓ, ਪਰ ਉਹ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ, ਉਹ ਆਪਣੇ ਆਪ ਹੀ ਭਰਦਾ ਰਹਿੰਦਾ ਹੈਗਾ। ਇਹਦਾ ਮਤਲਬ ਕੀ ਹੈ ਦੁਆਪਰ। ਹੁਣ ਦੁਆਪਰ ਦੇ ਵਿੱਚ ਜਿਹੜੇ ਹਰੀ ਕ੍ਰਿਸ਼ਨ ਹੋਏ ਆ, ਭਾਵ ਕੀ ਹੈ ਇਹਦਾ ਆਪਾਂ ਥੋੜ੍ਹਾ ਜਿਹਾ ਅਗਰ ਇਸ ਲਫ਼ਜ਼ ਦਾ ਖੁਲਾਸਾ ਕਰ ਲਈਏ ਕਿ ਹਰੀ ਜਿਹੜਾ ਲਫ਼ਜ਼ ਹੈ ਨਾ, ਆਪਾਂ ਗੁਰਬਾਣੀ ਵਿੱਚ ਦੇਖਦੇ ਹਾਂ ਕਿ ਹਰ ਅੱਖਰ ਗੁਰਬਾਣੀ ਵਿੱਚ 5000 ਤੋਂ ਵੱਧ ਜਿਹੜਾ ਸੀਗਾ ਉਹ ਸ਼ਬਦਾਂ ਦੇ ਅੰਦਰ ਜਿਹੜਾ ਵਰਤਿਆ ਗਿਆ ਹੈਗਾ। ਇਹਦਾ ਮਤਲਬ ਕੀ ਹੈ ਕਿ ਸ਼ਬਦ ਜਿਹੜੀ ਮਹਿਮਾ ਹਨ ਬਹੁਤ ਅਪਰੰਪਾਰ ਹੈਗੀ ਆ। ਭਾਵ ਕੀ ਹੈ ਜਿੰਨੀ ਵਾਰੀ ਵੀ ਗੁਰਬਾਣੀ ਵਿੱਚ ਹਰ ਅੱਖਰ ਆਉਂਦਾ, ਹਰੇਕ ਵਾਰੀ ਉਹਦੇ ਜਿਹੜੇ ਅਰਥ ਵਾ ਹਨ ਉਹ ਬਦਲ ਜਾਂਦੇ ਆ। ਅਗਰ ਸਿੱਧੇ ਤੌਰ 'ਤੇ ਅਸੀਂ ਲੈਂਦੇ ਹਾਂ ਕਿ ਹਰੀ ਦਾ ਅਰਥ ਹੁੰਦਾ ਹੈ ਉਤਪਤੀ ਦਾ ਸੋਮਾ। ਭਾਵ ਕੀ ਹੈ ਕਿ ਜਿਸ ਨੇ ਇਹ ਸਾਰੀ ਉਤਪਤੀ ਕੀਤੀ ਹੈ, ਉਸ ਉਤਪਤੀ ਦਾ ਸੋਮੇ ਦੇ ਅੱਖਰ ਨੂੰ ਅਸੀਂ ਹੈ ਨਾ ਹਰ ਆਖਦੇ ਹਾਂ। ਅਤੇ ਹਰੀ ਉਹ ਚੀਜ਼, ਉਹ ਸ਼ਕਤੀ ਹੈ ਜਿਹੜੀ ਉਤਪਤੀ ਦੇ ਅੰਦਰ ਬਿਰਾਜਮਾਨ ਹੋ ਕੇ ਕਾਰਜ ਕਰਦੀ ਹੈ, ਅਸੀਂ ਉਹਨੂੰ ਹੈ ਨਾ ਹਰੀ ਆਖ ਦਿੰਦੇ ਹਾਂ। ਜਿਵੇਂ ਮਹਾਰਾਜ ਨੇ ਵੀ ਇਸ ਹਰੀ ਲਫ਼ਜ਼ ਨੂੰ ਬੜੇ ਸੁੰਦਰ ਲਫ਼ਜ਼ਾਂ 'ਚ ਖੋਲ੍ਹਿਆ ਹੈਗਾ ਕਿ ਜਲੇ ਹਰੀ ਥਲੇ ਹਰੀ। ਇਹ ਸਾਰਾ ਜਿਹੜਾ ਨਾ ਭਾਵ ਆ ਕਲਗੀਧਰ ਮਹਾਰਾਜ ਨੇ ਆਪਣੀ ਬਾਣੀ ਵਿੱਚ ਜਿਹੜਾ ਸੀਗਾ ਇਸ ਨੂੰ ਬੜੇ ਹੀ ਸੁੰਦਰ ਭਾਵਾਂ ਅਤੇ ਤਾਲ ਸਾਡੇ ਤੱਕ ਪਹੁੰਚਾਇਆ ਹੈਗਾ। ਸੋ ਬਾਣੀ ਨੇ ਕਿਹਾ ਹੈ ਕਿ ਦੁਆਪਰ ਸਤਿਗੁਰ ਹਰੀ ਕ੍ਰਿਸ਼ਨ। ਹੁਣ ਇੱਥੇ ਲਫ਼ਜ਼ ਨਾ ਕ੍ਰਿਸ਼ਨ ਆ ਗਿਆ ਹੈਗਾ। ਕ੍ਰਿਸ਼ਨ ਦਾ ਭਾਵ ਕੀ ਹੁੰਦਾ ਹੈ? ਕ੍ਰਿਸ਼ਨ ਅੱਖਰ ਜਿਹੜਾ ਹੈ ਨਾ, ਇਹ ਉਹ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਗੁਰਬਾਣੀ ਵਿੱਚੋਂ ਇਸ ਚੀਜ਼ ਦੀ ਖੋਜ ਤੋਂ ਸਾਨੂੰ ਪਤਾ ਲੱਗਦਾ ਹੈ ਕਿ 16 ਕਲਾ ਸੰਪੂਰਨ ਫਲਿਆ। ਭਾਵ ਕੀ ਆ ਕ੍ਰਿਸ਼ਨ ਦੇ ਅੰਦਰ ਉਹ ਜਿਹੜੀ ਅੱਖਰ ਆ ਜਾਂਦਾ ਹੈ ਜਿਹਦੇ ਵਿੱਚ ਕਲਾ ਦੇ ਨਾਲ ਸੰਬੰਧਿਤ ਚੀਜ਼ ਹੁੰਦੀ ਹੈ। ਹੁਣ ਕਲਾ ਕੀ ਹੁੰਦੀ ਹੈ? ਕਲਾ ਜਿਹੜੀ ਹੈ ਨਾ ਇੱਕ ਗੁਣ ਹੈ, ਇੱਕ ਗਿਆਨ ਹੈ। ਇਹ ਜਿਹੜਾ ਗੁਣ ਅਤੇ ਗਿਆਨ ਹੈ ਨਾ ਜਿਸ ਮਨੁੱਖ ਦੇ ਅੰਦਰ ਪ੍ਰਗਟ ਹੋ ਜਾਂਦਾ ਹੈਗਾ, ਇਹਨੂੰ ਅਸੀਂ ਪੁਰਾਣੇ ਹਿਸਾਬ ਦੇ ਨਾਲ ਹੈ ਨਾ 16 ਗੁਣ ਜਿਹੜੇ ਹੈਗੇ ਉਹ ਅਸੀਂ ਕਲਾ ਦੇ ਰੂਪ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੜੇ 16 ਗੁਣ ਕਲਾ ਦੇ ਰੂਪ ਦੇ ਵਿੱਚ ਵਾ, ਕਿਉਂਕਿ 16 ਗੁਣਾਂ ਦਾ ਪੂਰਨ ਗਿਆਨ ਹੋ ਜਾਣਾ। ਇਹ ਜਿਹੜਾ ਪੂਰਨ ਗਿਆਨ ਹੈ ਨਾ, ਭਾਵ ਕੀ ਆ ਵੈਸੇ ਤੋਂ ਹਰੇਕ ਗੁਣ ਦੇ ਵਿੱਚ ਕਿਸੇ ਚੀਜ਼ ਦਾ ਪੂਰਨ ਗਿਆਨ ਨਹੀਂ ਹੁੰਦਾ, ਕਿਉਂਕਿ ਹਰੇਕ ਗੁਣ ਜਿਹੜਾ ਹੈ ਨਾ ਉਹ ਅਸੀਮ ਹੁੰਦਾ ਹੈ। ਪਰ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਹੁੰਦੀ ਹੈ ਨਾ, ਜਿਸ ਉਹ ਗੁਣ ਉਹਦੇ ਅੰਦਰ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਉਸ ਨੂੰ ਅਸੀਂ ਹੈ ਨਾ ਕ੍ਰਿਸ਼ਨ ਆਖਦੇ। ਕ੍ਰਿਸ਼ਨ ਦਾ ਮਤਲਬ ਹੁੰਦਾ ਹੈ ਕਿ ਉਹ ਚੀਜ਼, ਉਹ ਸਥਿਤੀ ਜਿਹੜੀ ਹੈ ਜਿਹੜੀ ਸਾਡੀ ਸਮਝ ਤੋਂ ਪਰੇ ਹੋਵੇ। ਜੋ ਭਾਵ ਕੀ ਹੈ ਕਿ ਉਹ ਅਵਸਥਾ ਜਿਹਦੀ ਸਮਝ ਬੁੱਧੀ ਦੀ ਪਕੜ ਦੇ ਵਿੱਚ ਨਾ ਆਵੇ, ਉਸ ਨੂੰ ਅਸੀਂ ਜਾਣੀ ਕਿ ਕ੍ਰਿਸ਼ਨ ਕਰਦੇ ਹਾਂ। ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਅਸੀਂ ਉਸ ਨੂੰ ਕਰਾਮਾਤ ਆਖ ਦਈਏ ਕੱਕੇ ਅੱਖਰ ਤੋਂ, ਜਾਂ ਵੈਸੇ ਵੀ ਅਸੀਂ ਸਿੱਧੇ ਤੌਰ 'ਤੇ ਉਹਨੂੰ ਕ੍ਰਿਸ਼ਮਾ ਕਹਿ ਦਈਏ। ਭਾਵ ਇਹ ਚੀਜ਼ਾਂ ਜਿਹੜੀਆਂ ਹਨ ਇਹ ਪ੍ਰਗਟ ਹੋ ਜਾਂਦੀਆਂ। ਭਾਵ ਕੀ ਹੈ ਕਿ ਹਰੀ ਕ੍ਰਿਸ਼ਨ ਇੱਕ ਐਸੇ ਮਹਾਂਪੁਰਖ ਜਿਹੜੇ ਸੀ ਇਸ ਯੁੱਗ ਦੇ ਵਿੱਚ ਹੋਏ ਆ, ਜਿਨ੍ਹਾਂ ਨੇ ਸਾਨੂੰ ਹੈ ਨਾ
ਹਰੀ ਅੱਖਰ ਬਖਸ਼ਿਆ ਹੈ। ਭਾਵ ਕੀ ਹੈ ਕਿ ਉਹਨਾਂ ਦੇ ਸਮਝ ਦੇ ਵਿੱਚ ਜੋ ਅੱਖਰ ਆਇਆ ਹੈਗਾ ਉਹ ਦੂਸਰਾ ਅੱਖਰ ਜਿਹੜਾ ਨਾ ਉਹ ਹਰੀ ਆਇਆ। ਭਾਵ ਕੀ ਹੈ ਕਿ ਜਿਹੜਾ ਵਾਹਿਗੁਰੂ ਆ ਹਰੇਕ ਉਤਪਤੀ ਦਾ ਸੋਮਾ ਹੈਗਾ ਹੈ। ਸੋ ਹਰੀ ਸ਼ਕਤੀ ਉਹ ਹੈਗੀ ਆ ਜਿਹੜੀ ਹਰੇਕ ਚੀਜ਼ 'ਚ ਵਿਆਪਕ ਹੋ ਕੇ ਕੰਮ ਕਰਦੀ ਹੈਗੀ, ਇਕੱਲੀ ਟਿਕਦੀ ਨਹੀਂ, ਉਹਦੇ ਵਿੱਚ ਉਹ ਆਪਣੀ ਹਰਕਤ ਕਰਦੀ, ਆਪਣੀ ਕੰਮ ਕਰਦੀ ਆ, ਪਰ ਉਹਦੇ ਕੰਮ ਦੇ ਅੰਦਰ ਕਿਸੇ ਚੀਜ਼ ਦਾ ਕੋਈ ਦਖਲ ਅੰਦਾਜ਼ ਨਹੀਂ ਹੈ। ਜਿਵੇਂ ਗੁਰਬਾਣੀ ਨੇ ਕਿਹਾ ਕਿ ਖਾਲਕ ਖਲਕ ਮੇ, ਭਾਵ ਕੀ ਆ ਜਿਹੜੀ ਵਾਹਿਗੁਰੂ ਨੇ ਰਚਨਾ ਬਣਾਈ ਹੈ ਉਹਦੇ ਵਿੱਚ ਪਰਮੇਸ਼ਰ ਆਪ ਮੌਜੂਦ ਹੋ ਕੇ ਉਸ ਰਚਨਾ ਨੂੰ ਚਲਾ ਰਿਹਾ ਹੈਗਾ। ਸੋ ਅਗਲਾ ਜਿਹੜਾ ਉਹਨਾਂ ਨੇ ਜਾਣੀ ਕਿ ਸਾਡੇ ਤੱਕ ਪਹੁੰਚਾਇਆ ਹੈਗਾ ਕਿਰਪਾ ਦ੍ਰਿਸ਼ਟੀ ਦੇ ਨਾਲ, ਉਹ ਹੁੰਦੀ ਹੈ ਬੁੱਧ। ਜਿਵੇਂ ਪਹਿਲੇ ਵਿੱਚ ਜਿਹੜਾ ਸੀਗਾ ਨਾ 4 ਜਾਗਿਆਂ ਦੇ ਅੰਦਰ ਮਨ ਬੁੱਝਿਆ ਗਿਆ ਸਤਯੁਗ ਦੇ ਅੰਦਰ, ਪਰ ਦੁਆਪਰ ਦੇ ਅੰਦਰ ਹੈ ਨਾ ਫਿਰ ਬੁੱਧ ਦੀ ਜਿਹੜੀ ਹੈਗੀ ਆ ਇਹ ਸੋਝੀ ਜਿਹੜੀ ਆ ਇਹ ਮਹਾਂਪੁਰਖਾਂ ਨੇ ਸਾਡੇ ਤੱਕ ਪਹੁੰਚਾਈ ਹੈ। ਸੋ ਅਸਲ ਦੇ ਵਿੱਚ ਬੁੱਧ ਹੈ ਕੀ ਹੈ? ਬੁੱਧ ਭਾਵ ਉਹ ਗਿਆਨ ਦੀ ਉਹ ਹਾਲਤ ਵਾ ਜਿਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਸਾ ਜਾਂ ਭਰਮ ਨਾ ਹੋਵੇ। ਹੁਣ ਜਿਸ ਚੀਜ਼ ਦੇ ਵਿੱਚ ਸੰਸਾ ਭਰਮ ਨਾ ਹੋਵੇ ਗਿਆਨ ਦੀ ਉਹ ਹਾਲਤ ਹੁੰਦੀ। ਲੇਕਿਨ ਇਹ ਜਿਹੜਾ ਗਿਆਨ ਹੈ ਸਾਨੂੰ ਆਉਂਦਾ ਕਿੱਥੋਂ ਆ? ਗੁਰਬਾਣੀ ਨੇ ਕਿਹਾ ਹੈ ਕਿ ਕਿਸੇ ਯਤਨ ਦੇ ਨਾਲ ਨਹੀਂ ਆਉਂਦਾ, ਕਿਸੇ ਖੋਜ ਨਾਲ ਨਹੀਂ ਆਉਂਦਾ, ਇਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪਰ ਉਹ ਗੁਰੂ ਜਿਹੜਾ ਪੂਰਨ ਹੋਵੇ, ਜਿਵੇਂ ਗੁਰਬਾਣੀ ਕਿਹਾ ਗੁਰ ਪ੍ਰਸਾਦ ਭਰਮ ਕਾ ਨਾਸ, ਕਿ ਗੁਰੂ ਦੀ ਕਿਰਪਾ ਦੇ ਨਾਲ ਭਰਮ ਦਾ ਨਾਸ ਹੋ ਜਾਂਦਾ ਹੈ। ਸੋ ਦੁਆਪਰ ਯੁੱਗ ਦੇ ਅੰਦਰ ਹਨ ਜਿਹੜੇ ਹਰੀ ਕ੍ਰਿਸ਼ਨ ਜੀ ਹੋਏ ਸੀਗੇ, ਉਹਨਾਂ ਨੇ ਸਾਨੂੰ ਇਹ 2 ਚੀਜ਼ਾਂ ਦਿੱਤੀਆਂ, ਇੱਕ ਹਾਹਾ ਅੱਖਰ ਤੇ ਦੂਸਰਾ ਕੀ ਦਿੱਤਾ ਹੈ ਬੁੱਧ। ਜਿਵੇਂ ਆਪਾਂ ਦੇਖਦੇ ਹਾਂ ਵੀ ਸਤਯੁਗ ਦੇ ਅੰਦਰ ਸਾਨੂੰ ਇੱਕ ਬਾਬਾ ਅੱਖਰ ਮਿਲਿਆ ਹੈ ਤੇ ਦੂਜਾ ਮਿਲਿਆ ਹੈ ਮਨ, ਤੇ ਇੱਥੇ ਸਾਨੂੰ ਕੀ ਮਿਲਿਆ ਹੈਗਾ? ਇੱਕ ਹਾਹਾ ਅੱਖਰ ਮਿਲਿਆ ਤੇ ਦੂਸਰੀ ਬੁੱਧ ਮਿਲੀ ਆ। ਇਸ ਤਰ੍ਹਾਂ ਅਸੀਂ ਥੋੜ੍ਹਾ ਜਿਹਾ ਅਗਰ ਤ੍ਰੇਤੇ ਯੁੱਗ ਦੀ ਗੱਲ ਕਰਦੇ ਹਾਂ, ਹੁਣ ਤ੍ਰੇਤੇ ਯੁੱਗ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਇਸ ਚੀਜ਼ ਦੀ ਗਿਆਨ ਕਰਾਉਂਦੇ ਆ ਕਿ ਤ੍ਰੇਤੇ ਸਤਿਗੁਰ ਰਾਮ ਜੀ ਰਾ ਰਾਮ ਜਪੇ ਸੁਖ ਪਾਵੇ। ਭਾਵ ਕੀ ਹੈ? ਤ੍ਰੇਤੇ ਯੁੱਗ ਦੇ ਅੰਦਰ ਰਾਮ ਜੀ ਜਿਹੜੇ ਸੀਗੇ ਉਹ ਮਹਾਂਪੁਰਖ ਹੋਏ ਆ, ਉਹਨਾਂ ਨੇ ਆਪਣੇ ਆਤਮ ਜਿਹੜਾ ਤਜਰਬਾ ਸੀਗਾ ਉਹਦੇ ਵਿੱਚ ਸਾਨੂੰ ਰਾਰਾ ਅੱਖਰ ਕੱਢ ਕੇ ਜਿਹੜਾ ਹੈ ਦਿੱਤਾ ਹੈਗਾ। ਭਾਵ ਕੀ ਹੈ? ਰਾਰੇ ਦਾ ਮਤਲਬ ਹੈਗਾ ਕਿ ਉਹ ਸ਼ਕਤੀ ਜਿਹੜੀ ਨੱਕੋ ਨੱਕ ਭਰਪੂਰ ਹੋਵੇ ਤੇ ਉਹ ਚੀਜ਼ ਜਿਹੜੀ ਪੂਰੀ ਰਮੀ ਹੋਵੇ। ਜਿਵੇਂ ਗੁਰਬਾਣੀ ਨੇ ਕਿਹਾ ਕਿ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਿ ਗੁਰੂ ਦੇ ਗਿਆਨ ਤੋਂ, ਗੁਰੂ ਦੇ ਤਜਰਬੇ ਤੋਂ, ਗੁਰੂ ਦੇ ਅਨੁਭਵ ਤੋਂ ਸਾਨੂੰ ਇਸ ਚੀਜ਼ ਦਾ ਗਿਆਨ ਹੋਇਆ ਹੈ ਕਿ ਪਰਮਾਤਮਾ ਜਿਹੜਾ ਹੈਗਾ ਉਹ ਸਭ ਦੇ ਬਾਹਰ ਵੀ ਉਹੀ ਹੈ ਤੇ ਸਭ ਦੇ ਅੰਦਰ ਵੀ ਉਹੀ ਹੈ। ਭਾਵ ਕੀ ਆ ਕਿ ਵਾਹਿਗੁਰੂ ਹਰੇਕ ਚੀਜ਼ ਦੇ ਨਾਲ ਓਤ-ਪੋਤ ਹੈ, ਤੇ ਜਿਹੜਾ ਵਾਹਿਗੁਰੂ ਹਰੇਕ ਚੀਜ਼ ਦੇ ਨਾਲ ਓਤ-ਪੋਤ ਹੋਇਆ ਹੈਗਾ, ਗੁਰਬਾਣੀ ਨੇ ਉਹਨੂੰ ਆਖਿਆ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਉਸ ਤੋਂ ਬਗੈਰ ਕੋਈ ਦੂਸਰਾ ਹੈ ਹੀ ਨਹੀਂ। ਕਿਉਂਕਿ ਉਹ ਆਪਣੀ ਰਚਨਾ ਦੇ ਨਾਲ ਆਪ ਵਾਹਿਗੁਰੂ ਜਿਹੜਾ ਹੈਗਾ ਉਹਦੇ ਨਾਲ ਓਤ-ਪੋਤ ਹੋ ਕੇ ਸ਼ਕਤੀ ਜਿਹੜੀ ਹੈਗੀ ਆ ਉਹ ਹੈ। ਕਿਉਂਕਿ ਸਿੱਧੇ ਸਾਨੂੰ ਇਸ ਚੀਜ਼ ਦਾ ਗਿਆਨ ਹੈ ਕਿ ਵਾਹਿਗੁਰੂ ਆਪ ਹੀ ਇੱਕ ਤੋਂ ਅਨੇਕ ਹੋ ਗਿਆ ਹੈਗਾ। ਭਾਵ ਕੀ ਆ? ਉਹ ਸਰਗਣ ਰੂਪ ਦੇ ਵਿੱਚ ਵੀ ਆਪ, ਨਿਰਗਣ ਰੂਪ ਦੇ ਵਿੱਚ ਆਪ, ਸ਼ਬਦ ਰੂਪ ਦੇ ਵਿੱਚ ਹੀ ਆਪ ਹੀ ਹਰੇਕ ਦਾ ਜਿਹੜਾ ਉਹ ਕਰਤਾ ਧਰਤਾ। ਇਸ ਕਰਕੇ ਗੁਰਬਾਣੀ ਨੇ ਕਿਹਾ ਹੈ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਹੇ, ਕਿ ਹਰੇਕ ਚੀਜ਼ ਦਾ ਕਰਤਾ ਜਿਹੜਾ ਵਾਹਿਗੁਰੂ ਉਹ ਆਪਣੇ ਆਪ ਹੈ। ਇਸ ਕਰਕੇ ਗੁਰਬਾਣੀ ਕਹੇ ਜਲ ਥਲ ਮਈਲ ਪੂਰਿਆ, ਭਾਵ ਕਿ ਹਰੇਕ ਚੀਜ਼ ਦੇ ਵਿੱਚ ਵਾਹਿਗੁਰੂ ਆਪ ਹੀ ਸਮਾਇਆ ਹੋਇਆ ਹੈਗਾ। ਸੋ ਇਹ ਜਿਹੜੀ ਤ੍ਰੇਤੇ ਯੁੱਗ ਦੇ ਵਿੱਚ ਜੋ ਸਾਡੀ ਖੋਜ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੱਕ ਪਹੁੰਚਾਈ ਹੈਗੀ ਆ, ਉਹਦੇ ਵਿੱਚ ਕਿਹੜਾ ਅੱਖਰ ਕੱਢਿਆ ਹੈਗਾ? ਤ੍ਰੇਤੇ ਯੁੱਗ ਦੇ ਵਿੱਚ ਸਾਨੂੰ ਇਹ ਅੱਖਰ ਕੱਢਿਆ ਹੈ ਰਾਰਾ। ਜਿਹੜਾ ਰਾਰਾ ਅੱਖਰ ਉਹ ਹਨ ਇਹਦੀ ਖੋਜ ਸਾਨੂੰ ਜਾਣੀ ਗੁਰੂ ਸਾਹਿਬਾਨ ਨੇ ਪਹੁੰਚਾਈ ਆ। ਥੋੜ੍ਹਾ ਜਿਹਾ ਅਗਰ ਅਸੀਂ ਤ੍ਰੇਤੇ ਦੀ ਗੱਲ ਕਰਦੇ ਹਾਂ ਕਿ ਤ੍ਰੇਤਾ ਜਿਹੜਾ ਲਫ਼ਜ਼ ਇਹ ਹੈ ਕੀ ਆ? ਤ੍ਰੇਤੇ ਦਾ ਲਫ਼ਜ਼ ਜਿਹੜਾ ਇਹਦਾ ਮਤਲਬ ਕੀ ਹੁੰਦਾ ਹੈ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਇਹ ਮੈਂ ਤੇ ਮੇਰੀ, ਇਹ 2 ਚੀਜ਼ ਅਸੀਂ ਰੱਖਦੇ ਹਾਂ ਕਿ ਮੈਂ ਆ ਤੇ ਇਹ ਚੀਜ਼ ਮੇਰੀ ਹੈ। ਪਰ ਤ੍ਰੇਤੇ ਦੇ ਵਿੱਚ ਜਿਹੜੀ ਹੈਗੇ ਯੁੱਗ ਦੇ ਵਿੱਚ ਉਹ ਚੀਜ਼ ਇਹ ਸਮਝ ਆਉਂਦੀ ਹੈ ਕਿ ਤੂੰ ਤਾਂ ਤੇਰੀ। ਭਾਵ ਕਿ ਵਾਹਿਗੁਰੂ ਇੱਥੇ ਵਿੱਚ ਤੂੰ ਹੈ ਤੇ ਹਰੇਕ ਚੀਜ਼ ਜਿਹੜੀ ਹੈ ਤੇਰੀ ਹੈਗੀ। ਇਸ ਕਰਕੇ ਜਦ ਤੇਰੀ ਚੀਜ਼ ਹੈ ਤੇ ਫਿਰ ਅਸੀਂ ਆਪਣੇ ਆਪ ਹੀ ਪੂਰਨ ਸਮਰਪਣ ਹੋ ਜਾਂਦੇ ਹਾਂ, ਚਾਹੇ ਅਸੀਂ ਇਸ ਗੱਲ ਨੂੰ ਮੰਨੀਏ ਚਾਹੇ ਨਾ ਮੰਨੀਏ। ਪਰ ਗੁਰਬਾਣੀ ਨੇ ਸਾਨੂੰ ਇਹ ਚੀਜ਼ ਦੱਸੀ ਹੈ ਕਿ ਜਦੋਂ ਸਾਨੂੰ ਸਮਝ ਆਉਂਦੀ ਆ ਤਾਂ ਸਾਨੂੰ ਇਸ ਚੀਜ਼ ਦਾ ਇਲਮ ਹੋ ਜਾਂਦਾ ਕਿ ਜਿਵੇਂ ਜਲ ਦੇ ਵਿੱਚ ਤਰੰਗ ਜਿਹੜੀ ਹੈਗੀ ਆ ਉਹ ਉਹਦੇ ਨਾਲ ਅਟੈਚ ਰਹਿੰਦੀ ਹੈ। ਜਿਵੇਂ ਜਲ ਤੋਂ ਤਰੰਗ ਬਣਦੀ ਹੈ ਤਾਂ ਤਰੰਗ ਜਦੋਂ ਆਪਣੀ ਅਸਲੀਅਤ ਨੂੰ ਪਛਾਣਦੀ ਹੈ ਤਾਂ ਫਿਰ ਜਲ ਦਾ ਰੂਪ ਹੋ ਜਾਂਦੀ ਹੈ।
तो यह चीज़ जिहड़ी है ना साडे अनुभव दे विच आ जाती है। तो भाव की है कि त्रेते युग के अंदर सानू जिहड़ा ना रारा अखर जिहड़ा हैगा ये महापुरखा ने बख्शिया है। तो अगला की हुंदा है, अगला हुंदा है चित्त। हुण जिहड़ा चित्त वा है ना ये भी सानू इस त्रेते युग की बख्शिश के रूप दे विचों मिलिया हैगा। हुण चित्त की है, चित्त हैगी है याद, याद दा टिकना, भाव की सहज अवस्था, अडोलता, अपने आप की पछाण। ये जिहड़ा चित्त वा ना अपने आप की पछाण, भाव की है चार जागे, चार चीज़ां दा जिहड़ा ना जागरण है, जो होश है, ये सानू इस चीज़ जिहड़ी हैगी आ महापुरखां वल्लों बख्शी हुई, उन्हां दे अनुभव विचों निकली रारा अखर ते चित्त। चित्त दा मतलब हैगा कि आ जिहड़ी मन की अवस्था है ना, जां याद जां टिकमापन हैगा, इस तो सानू इस चीज़ का इलम हो जाता कि जिमें वाहिगुरु बिंब है तो असीं उहदे प्रतिबिंब हाँ। भाव की है कि वाहिगुरु दा असीं भी परछावां हाँ। भाव की है वाहिगुरु चेतन सत्ता है ते असीं जिहड़े है सारी जो बनस्पति चाहे जीव जंतु असीं जड़ है, पर वाहिगुरु की चेतन सत्ता, वाहिगुरु की सत्ता तो फिर जिहड़े है ना असीं भी ये चीज़ लैके इस सत्ता दे विच अपने आप नूं चेतन महसूस करते हैं। बस ये चीज़ जिहड़ी है ना चित्त हैगी आ, ये भी सानू त्रेते युग दे विचों उस टाइम के जिहड़े महापुरख सीगे, जिन्हां नूं भाई गुरदास जी हुणां ने जिहड़ा साडे तक जिहड़ा है ये वर्णन कीता हैगा कि त्रेते सतगुर राम जी रारा राम जपे सुख पावे, कि जिहड़ा राम जपदा हैगा उस सुख प्राप्त करदा हैगा। ये रारा अखर सानू उस जगह तो सानू प्राप्त होया है। सो अगली गल जिहड़ी है ना असीं कलयुग दी करिए। हुण भाई साहब हुण लिखदे कि कलयुग नानक गुर गोबिंद गग्गा गोबिंद नाम अलावे, कि कलयुग के अंदर गुरु नानक साहब महाराज जदों आए आ तो गुरु नानक साहब महाराज ने आके है ना सानू फिर जिहड़ा गग्गा अखर बख्शिया हैगा। हुण गग्गा अखर जिहड़ा है ना ये है कि जिवें गो का मतलब असीं जिहड़ी धरती ला लैंदे, धरती का मतलब है वो जगह वो स्थान जिथे धर्म कमाया जाता है। जिवें बाबे ने कहा है कि राती रुती स्थिति वार पवन पानी अग्नि पाताल तिस विच धरती थाप रखी धर्मसाल। ये जिहड़ी है ना धर्म की जगह है, धर्मशाला, धर्म का स्कूल, धर्म नूं सिੱਖਣ वास्ते जिहड़े जो कोशिशां उस मनुख वालों कीतियां जांदियां हैगियां, ये वो धरती है, वो स्कूल है, वो टिकाणा है, वो स्थान है। इस करके बाबे ने आख्या है कि गग्गा जिहड़ा लफ्ज़ है ना सानू गोबिंद के रूप दे विचों जिहड़ा हैगा गुरु नानक साहब महाराज ने साडे तक पहुँचाया है कि कलयुग नानक गुर गोबिंद गग्गा गोबिंद नाम अलावे। पर जिवें कलयुग का आपां थोड़ा जिहा देखते हैं कि कलयुग का भाव ही है कि कलेश का युग, वो युग जिथे कलेश होवे, जिथे दुख होवे, जिथे चिंता थोड़ बीमारी आपो तापी खुदगर्जी लालच, भाव कि ये चीज़ां दे है ना बोल बाले होण। पर असल दे विच की है इस बोल बालिਆਂ ਦੀ ਜਿਹੜੀ जड़ की है वो हैगी आ इस जीव की अपनी हों। ਜਦੋਂ जीव अपनी हों नूं अपनी हौमे नूं जदों पट्ठे पाउंदा है, इस पट्ठे विच वो इस चीज़ नूं जनाउण दा यतन करदा हैगा कि मैं ते मेरी, कि मैं हाँ ते ये चीज़ मेरी है। जद कि सानू ज्ञान दे विच इस चीज़ का पता लगदा है कि तू ते तेरी। पर कलयुग दे अंदर जिहड़ी हौमे है ना ये चीज़ का सानू इलम कराउंदी है कि मैं ते मेरी। भाव की है कि जदों असीं वाहिगुरू दी असलीयत तो ना वाकफ होईए, जिमें असी ये चीज़ देख लेंदे आ कि कलयुग के अंदर सानू है ना गुरु नानक साहब ने गग्गा जिहड़ा लफ्ज़ हैगा ये गोबिंद दे रूप दे विच सानू दिता हैगा। हुण गग्गा असल दे विच है कि जे थोड़ा जिहा असी खोल लईए, भाव कि वो जगह जिथे बिल्कुल गवार है, बिल्ले जिथे बिल्कुल नेरा है, तो गवार उत्थे ही हुंदा हैगा जिथे इंसान नूं अपनी असलीयत भुल जाती है। ये असलीयत की जड़ जिहड़ी है ना ये हौमे हैगी आ। ये जिहड़ी हौमे हैगी आ ये चौं जाग्यां दे विच जिहड़ी है गुरु नानक साहब महाराज ने साडे तक पहुँचाई है। इस करके गुरबाणी ने सानू जिहड़े 4 अखर बख्शे हैं ना, वावा हा गग्गा ते रारा। देखो सानू ये 4 अखर किन्नी दूर दी मेहनत इस मनुख दी कीती वाहिगुरू दी इबादत ते बंदगी दा जो सिट्टा हैगा ना, उन सिट्टियां दे 4 अखर जिहड़े है ना साडे तक पहुँचे आ। तो इस करके सानू भाई गुरदास जी ने आख्या हैगा
ਕਿ ਚਾਰੇ ਜਾਗੇ ਚੌਂ ਜੁਗੀ ਪੰਚੈਣ ਜਿਹੜਾ ਹੈ ਨਾ ਵਾਹਿਗੁਰੂ ਆਪ ਹੈਗਾ ਚਾਰੇ ਜਾਗੇ ਤੇ ਚੌਂ ਯੁੱਗਾਂ ਦੇ ਵਿੱਚ। ਭਾਵ ਕੀ ਹੈ, ਚਾਰੇ ਯੁੱਗ ਤੇ ਚਾਰੇ ਯੁੱਗਾਂ ਚੋਂ ਹਰੇਕ ਇੱਕ ਇੱਕ ਯੁੱਗ ਤੋਂ ਸਾਨੂੰ ਇੱਕ ਇੱਕ ਚੀਜ਼ ਜਿਹੜੀ ਹੈ ਨਾ ਉਹ ਪ੍ਰਾਪਤ ਹੋਈ ਹੈ। ਜਿਵੇਂ ਸਾਨੂੰ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਪੰਚਾਇਤ ਦੇ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ, ਅਤੇ ਮਨ, ਬੁੱਧ, ਚਿੱਤ, ਹੰਕਾਰ ਇਹ ਸਾਨੂੰ ਚਾਰੇ ਯੁੱਗਾਂ ਦੇ ਵਿੱਚ ਚੀਜ਼ ਜਿਹੜੀ ਹੈ ਇਹ ਪ੍ਰਾਪਤ ਹੋਈ ਹੈ। ਪਰ ਨਾਲ ਫਿਰ ਉਹਨਾਂ ਨੇ ਇਹ ਵੀ ਆਖਿਆ ਹੈਗਾ ਕਿ ਚਾਰੇ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ, ਕਿ ਚਾਰੇ ਜਿਹੜੇ ਅੱਖਰ ਹਨ ਜਦੋਂ ਇੱਕ ਜਗ੍ਹਾ ਜੋੜੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਤਾਂ ਫਿਰ ਕਹਿੰਦੇ ਫਿਰ ਵਾਹਿਗੁਰੂ ਮੰਤਰ ਬਣਿਆ ਹੈ ਗੁਰਮੰਤਰ। ਚਾਰੇ ਅੱਖਰ ਇੱਕ ਕਾਰ ਵਾਹਿਗੁਰੂ ਜਪ ਮੰਤਰ ਜਪਾਵੇ, ਇਹ ਜਿਹੜਾ ਮੰਤਰ ਹੈ ਫਿਰ ਇਹ ਜਪਣ ਯੋਗ ਬਣਿਆ ਹੈ, ਇਹਨੂੰ ਆਪ ਵੀ ਜਪਣਾ ਹੈ ਅਤੇ ਦੂਸਰਿਆਂ ਨੂੰ ਵੀ ਜਪਾਉਣਾ ਹੈਗਾ। ਅਤੇ ਇਹ ਜਿਹੜਾ ਮੰਤਰ ਹੈ ਕਹਿੰਦੇ ਕੰਮ ਕੀ ਕਰਦਾ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇਸ ਚੀਜ਼ ਦਾ ਜਾਣੀ ਗਿਆਨ ਕਰਾਇਆ ਹੈ ਕਿ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੇ। ਇਹ ਜਿਹੜਾ ਮੰਤਰ ਹੈ ਜਿੱਥੋਂ ਉਪਜਿਆ ਹੈ ਉੱਥੇ ਲੈ ਜਾਂਦਾ ਹੈ। ਭਾਵ ਵਾਹਿਗੁਰੂ ਗੁਰਮੰਤਰ ਦਾ ਜੋ ਗਿਆਨ ਹੈਗਾ ਇਹ ਕੀ ਹੈ, ਸਾਨੂੰ ਜੋ ਭੂਤਕਾਲ ਵੱਲ ਜਿਹੜੀਆਂ ਵੀ ਜੋ ਭੂਤਕਾਲ ਦੇ ਵਿੱਚ ਇਸ ਮਨੁੱਖ ਦੀਆਂ ਕੋਸ਼ਿਸ਼ਾਂ ਹੋਈਆਂ ਹੈਗੀਆਂ ਉਹਨਾਂ ਕੋਸ਼ਿਸ਼ਾਂ ਦਾ ਗਿਆਨ ਕਰਾ ਦਿੰਦਾ। ਉਸ ਤੋਂ ਬਾਅਦ ਚਾਰੇ ਯੁੱਗਾਂ ਦਾ ਗਿਆਨ ਹੋ ਜਾਂਦਾ। ਇੱਕ ਵਾਰੀ ਵਾਹਿਗੁਰੂ ਕਹਿ ਦਿਓ ਅਤੇ ਕਹਿੰਦੇ ਇੱਕ ਵਾਰ ਕਹਿਣ ਦੇ ਨਾਲ ਚਾਰ ਯੁੱਗਾਂ ਦਾ ਫਲ ਵੀ ਜਿਹੜਾ ਹੈਗਾ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵ ਕੀ ਹੈ ਕਿ ਬਾਕੀ ਸਾਰੇ ਜਿਹੜੇ ਅੱਖਰ ਹਨ ਉਹਨਾਂ ਦੀ ਮਹਿਮਾ ਅਲੱਗ ਹੈ, ਲੇਕਿਨ ਵਾਹਿਗੁਰੂ ਅੱਖਰ ਜਿਵੇਂ ਗੁਰਬਾਣੀ ਕਹਿੰਦੀ ਕਿ ਮੈਂ ਆਇਆ ਦੂਰੋਂ ਚੱਲ ਕੇ ਹੁਣ ਤੱਕੀ ਤੋ ਸਰਨਾਏ ਜਿਓ, ਮੈਂ ਆਸਾ ਰੱਖੀ ਚਿੱਤ ਵਿੱਚ ਮੇਰਾ ਸਭੇ ਦੁੱਖ ਗਵਾਏ ਜਿਓ। ਜਿਵੇਂ ਮਨੁੱਖ ਜੀਵ ਆਤਮਾ ਵਾਹਿਗੁਰੂ ਤੋਂ ਵਿਛੜ ਕੇ ਕਿੰਨੀ ਦੂਰ ਦਾ ਸਫ਼ਰ ਕਰਕੇ ਫਿਰ ਇਸ ਮਨੁੱਖਾ ਜਨਮ ਦੇ ਵਿੱਚ ਆਉਂਦੀ ਆ, ਇਸੇ ਤਰ੍ਹਾਂ ਇਹ ਜਿਹੜਾ ਅੱਖਰ ਹੈਗਾ ਇਹ ਦੇਖੋ ਸਤਯੁਗ ਦੇ ਵਿੱਚੋਂ ਇੱਕ ਇੱਕ ਅੱਖਰ ਜਿਹੜਾ ਹੈ ਨਾ ਪ੍ਰਗਟ ਹੋ ਕੇ ਇਹ ਸਾਡੇ ਕਲਯੁਗ ਤੱਕ ਪਹੁੰਚਿਆ ਹੈ, ਅਤੇ ਇਹ ਚਾਰੇ ਅੱਖਰ ਜੁੜ ਕੇ ਫਿਰ ਇਹ ਮੰਤਰ ਵਾਹਿਗੁਰੂ ਤਿਆਰ ਹੋਇਆ ਹੈ। ਫਿਰ ਉਹ ਵੱਡੇ ਭਾਗਾਂ ਵਾਲੀਆਂ ਰੂਹਾਂ ਹੁੰਦੀਆਂ ਹੈਗੀਆਂ ਜਿਨ੍ਹਾਂ ਨੂੰ ਫਿਰ ਇਹ ਜਿਹੜਾ ਵਾਹਿਗੁਰੂ ਅੱਖਰ ਦਾ ਗੁਰਮੰਤਰ ਹੈ ਪੰਜ ਪਿਆਰੇ ਬਖਸ਼ਿਸ਼ ਦੇ ਤੌਰ ਦੇ ਉੱਤੇ ਦਿੰਦੇ ਆ। ਅਤੇ ਇਹ ਜਿਹੜਾ ਵਾਹਿਗੁਰੂ ਅੱਖਰ ਹੈ ਇਸ ਦਾ ਫਿਰ ਜਿਹੜਾ ਜਦੋਂ ਉਹ ਗੁਰਸਿੱਖ ਗੁਰ ਅਭਿਆਸੀ ਜਿਹੜਾ ਹੈਗਾ ਜਦੋਂ ਇਸ ਦਾ ਜਾਪ ਆਪਣੀਆਂ ਰਸਨਿਆਂ ਦੇ ਨਾਲ ਜਦ ਜਪਦਾ ਹੈਗਾ ਫਿਰ ਉਹਨੂੰ ਇਸ ਗੱਲ ਦਾ ਇਲਮ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਕਿ ਭਾਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਕਿ ਸਭ ਵਿੱਚ ਉਹ ਹੀ ਮਾਲਕ ਹੈ, ਉਹ ਹੀ ਸਾਰੀ ਚੀਜ਼ ਦਾ ਕਰਤਾ ਧਰਤਾ ਹੈਗਾ, ਸਭ ਉਹਦਾ ਹੀ ਖੇਡ ਤਮਾਸ਼ਾ ਹੈਗਾ। ਅਤੇ ਇਹ ਜਿਹੜਾ ਮਾਇਆ ਦਾ ਖੇਡ ਤਮਾਸ਼ਾ ਜਿਹਦੇ ਵਿੱਚ ਮੈਂ ਪੈ ਕੇ ਆਪਣੇ ਮਨ ਦੀ ਦੁਨੀਆ ਵਿੱਚ ਇਸ ਅਸਲੀਅਤ ਨੂੰ ਭੁੱਲ ਗਿਆ ਸੀਗਾ, ਇਸ ਅਸਲੀਅਤ ਦੀ ਸੋਝੀ ਕਰਾ ਦਿੰਦਾ। ਭਾਵ ਕੀ ਹੈ ਕਿ ਇਹ ਚਾਰੇ ਅੱਖਰ ਜੁੜਨ ਤੋਂ ਜੋ ਮੇਨ ਫਲ ਪ੍ਰਾਪਤ ਹੁੰਦਾ ਹੈ ਉਹ ਹੈ ਇਸ ਮਨੁੱਖ ਨੇ ਵਾਹਿਗੁਰੂ ਦਾ ਰੂਪ ਹੋਣਾ। ਇਹ ਇਹਦਾ ਭਵਿੱਖ ਹੈ। ਇੱਕ ਦਿਨ ਨੇ ਵਾਹਿਗੁਰੂ ਦੇ ਰੂਪ ਹੋ ਕੇ ਉਸ ਅੰਮ੍ਰਿਤ ਸਰੋਵਰ ਵਰਗਾ ਹੋ ਜਾਣਾ ਹੈਗਾ, ਜਿਸ ਸਰੋਵਰ ਦੇ ਵਿੱਚ ਹੋਰ ਵੀ ਅਨੇਕਾਂ ਜੀਵ ਜੰਤ ਜਿਹੜੇ ਚੁੱਭੀ ਮਾਰ ਕੇ ਆਪਣੇ ਜਿਹੜੀ ਮਨ ਦੀ ਮੈਲ ਹੈ ਉਸ ਨੂੰ ਲੈ ਕੇ ਤੇ ਅੰਮ੍ਰਿਤਮਈ ਗਿਆਨ ਦੀ ਪ੍ਰਾਪਤੀ ਕਰ ਸਕਦੇ ਆ। ਸੋ ਕਹਿਣ ਤੋਂ ਭਾਵ ਇੰਨਾ ਹੈਗਾ ਕਿ ਇਹ ਚਾਰੇ ਅੱਖਰ ਇੰਨੀ ਦੂਰ ਤੋਂ ਚੱਲ ਕੇ ਆ ਕੇ ਤਾਂ ਇਸ ਗੁਰਮੰਤਰ ਜਿਹੜਾ ਸਾਡੇ ਤੱਕ ਪਹੁੰਚਿਆ ਹੈਗਾ, ਤਾਂ ਇਹ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਆ ਸਿੱਖਾਂ ਤੱਕ ਆਈ ਹੈਗੀ ਆ। ਸੋ ਰੂਹਾਂ ਭਾਗਾਂ ਵਾਲੀਆਂ ਜਿਹੜੀਆਂ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਵਾਹਿਗੁਰੂ ਗੁਰਮੰਤਰ ਲੈ ਕੇ ਆਪਣੇ ਭਾਗ ਬਣਾਉਂਦੀਆਂ ਹੈ, ਆਪਣਾ ਜੀਵਨ ਉੱਚਾ ਅਤੇ ਸੁੱਚਾ ਕਰਦੀਆਂ, ਇਹ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੁੰਦੀਆਂ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।